ਆਪਾਂ ਸਾਰੇ ਗੁਰਦੁਆਰਾ ਸਾਹਿਬ ਤਾਂ ਜਾਂਦੇ ਹੀ ਹਾਂ, ਮੱਥਾ ਟੇਕਣ ਜਾਂਦੇ ਹਾਂ, ਫਿਰ ਉੱਥੇ ਪਾਠ ਵੀ ਸੁਣਦੇ ਹਾਂ, ਕੀਰਤਨ ਵੀ ਸੁਣਦੇ ਹਾਂ। ਪਰ ਕੀਰਤਨ ਸੁਣਨ ਤੋਂ ਬਾਅਦ ਕਦੀ ਇਹ ਸੋਚਿਆ ਜਾਂ ਕੀਰਤਨ ਦੇ ਦੌਰਾਨ ਇਹ ਸੋਚਿਆ ਕਿ ਜੋ ਕੀਰਤਨ ਹੋ ਰਿਹਾ ਉਹ ਪਰੰਪਰਾ ਦੇ ਮੁਤਾਬਕ ਹੈ, ਉਹ ਕਿਸੇ ਤਰਜ਼ ਵਿੱਚ ਤਾਂ ਨਹੀਂ, ਉਹ ਗੁਰੂ ਸਾਹਿਬ ਦੇ ਵੱਲੋਂ ਮਿੱਥੀ ਹੋਈ ਬੱਧੀ ਹੋਈ ਮਰਜ਼ਾਦਾ ਦੇ ਮੁਤਾਬਕ ਹੈ। ਇਹਨਾਂ ਗੱਲਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਇਹ ਧਿਆਨ ਦਿਵਾਉਣ ਲਈ ਹੀ ਕਿ ਕੀਰਤਨ ਦਾ ਅਸਲ ਸਰੂਪ ਕੀ ਹੈ, ਕੀਰਤਨ ਕਿਸ ਵਿਧੀ ਵਿਧਾਨ ਦੇ ਮੁਤਾਬਕ ਹੋਣਾ ਚਾਹੀਦਾ ਹੈ, ਅੱਜ ਦਾ ਐਪੀਸੋਡ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ। ਮੈਂ ਗੁਜ਼ਾਰਿਸ਼ ਕਰਦਾ ਹਾਂ ਕਿ ਇਹ ਸਾਰੇ ਐਪੀਸੋਡ ਨੂੰ ਬਹੁਤ ਧਿਆਨ ਨਾਲ ਤੇ ਇਕਾਗਰਚਿਤ ਹੋ ਕੇ ਸੁਣਿਓ, ਵੇਖਿਓ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਕਿੱਥੇ ਖੜ੍ਹੇ ਹਾਂ ਤੇ ਸਾਨੂੰ ਕੀ ਕੁਝ ਹੋਰ ਕਰਨਾ ਚਾਹੀਦਾ ਹੈ ਕੀਰਤਨ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ। ਪਹਿਲਾਂ ਇਸ ਗੱਲ ਨੂੰ ਪਰਿਭਾਸ਼ਿਤ ਕਰ ਲਈਏ ਕਿ ਕੀਰਤਨ ਆਖਦੇ ਕਿਸ ਨੂੰ ਨੇ, ਕੀਰਤਨ ਦੀ ਡੈਫੀਨੇਸ਼ਨ ਕੀ ਹੈ। ਕੀਰਤਨ ਸ਼ਬਦ ਕੀਰਤੀ ਤੋਂ ਬਣਿਆ ਹੈ, ਯਾਨੀ ਕਿਸੇ ਦੀ ਅਰਥਾਤ ਮਾਲਕ ਦੀ, ਅਕਾਲ ਪੁਰਖ ਦੀ, ਵਾਹਿਗੁਰੂ ਦੀ, ਅੱਲਾਹ ਤਾਲਾ ਜਿਸ ਨਾਮ ਨਾਲ ਵੀ ਯਾਦ ਕਰੀਏ, ਗਾ ਕੇ ਉਹਦੀ ਸਿਫਤ ਸਲਾਹ ਕਰਨੀ, ਉਹਦਾ ਜਸ ਗਾਉਣਾ, ਇਹਨੂੰ ਕਹਿੰਦੇ ਨੇ ਕੀਰਤਨ। ਗੁਰਬਾਣੀ ਵਿੱਚ ਕੀਰਤਨ ਨੂੰ ਪ੍ਰਧਾਨਤਾ ਦਿੱਤੀ ਗਈ ਹੈ ਔਰ ਇਹ ਵੀ ਕਿਹਾ ਗਿਆ ਹੈ ਕਿ ਭਗਤੀ ਦੀਆਂ ਸਾਰੀਆਂ ਸਟੇਜਾਂ ਵਿੱਚੋਂ ਸਹਿਜੇ ਹੀ ਇਸ ਬਿਰਤੀ ਨੂੰ ਅਕਾਲ ਪੁਰਖ ਨਾਲ ਜੋੜਨ ਦਾ ਜਿਹੜਾ ਜ਼ਰੀਆ ਸਭ ਤੋਂ ਉੱਤਮ ਅਤੇ ਬਿਹਤਰੀਨ ਉਹ ਕੀਰਤਨ ਹੈ। ਤਾਂ ਹੀ ਬਾਣੀ ਵਿੱਚ ਆਉਂਦਾ ਹੈ ਨਾ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਅਤੇ ਇਹ ਵੀ ਫਰਮਾਨ ਹੈ, ਕੀਰਤਨ ਨਿਰਮੋਲਕ ਹੀਰਾ, ਇਹ ਐਸਾ ਹੀਰਾ ਜਿਹਦਾ ਕੋਈ ਮੁੱਲ ਹੀ ਨਹੀਂ, ਅਮੋਲ ਹੈ। ਇਹ ਐਸੀ ਦਾਤ ਹੈ ਹਰ ਇੱਕ ਨੂੰ ਨਹੀਂ ਮਿਲਦੀ। ਨਾ ਹਰ ਵਿਅਕਤੀ ਕੀਰਤਨ ਕਰ ਸਕਦਾ ਹੈ ਅਤੇ ਨਾ ਹੀ ਹਰ ਵਿਅਕਤੀ ਮਨ 'ਚ ਜੋੜ ਕੇ ਕੀਰਤਨ ਸਰਵਣ ਕਰ ਸਕਦਾ ਹੈ। ਗੁਰੂ ਸਾਹਿਬ ਦਾ ਬਚਨ ਹੈ ਨਾ, ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ, ਜੇ ਤੇ ਬਖਸ਼ਿਸ਼ ਹੋਵੇ ਸੋ ਜਸ ਤੇਰਾ ਗਾਵੇ, ਉਹੀ ਕੀਰਤਨ ਗਾਉਂਦਾ ਹੈ। ਇਸੇ ਕਰਕੇ ਬਾਣੀ 'ਚ ਕਿਹਾ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਉਹ ਰਸਨਾ ਧਨਤਾ ਯੋਗ ਹੈ ਜਿਹੜੀ ਕੀਰਤਨ ਗਾਇਨ ਕਰਦੀ ਹੈ। ਕੀਰਤਨ ਦੀ ਜਿਹੜੀ ਪ੍ਰਣਾਲੀ ਹੈ, ਇਹਦਾ ਜਦੋਂ ਇਤਿਹਾਸ ਵੇਖਦੇ ਹਾਂ ਤੇ ਜਗਤ ਗੁਰੂ ਜ਼ਾਹਰ ਪੀਰ ਜਗਤ ਗੁਰੂ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੀਰਤਨ ਪਰੰਪਰਾ ਦਾ ਮੋਢੀ ਤੇ ਬਾਨੀ ਤਸਲੀਮ ਕੀਤਾ ਜਾਂਦਾ, ਮੰਨਿਆ ਜਾਂਦਾ। ਭਾਈ ਗੁਰਦਾਸ ਜੀ ਇਹਦੀ ਸ਼ਾਦੀ ਭਰਦੇ ਨੇ ਅਤੇ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਯਾਨੀ ਇੱਕ ਤਾਂ ਗੁਰੂ ਨਾਨਕ ਦੇਵ ਅਕਾਲ ਰੂਪ ਸਨ, ਇੱਕ ਉਹਨਾਂ ਦੇ ਨਾਲ ਸਾਥੀ ਰਲ ਗਿਆ ਭਾਈ ਮਰਦਾਨਾ। ਗੁਰੂ ਨਾਨਕ ਦੇਵ ਜੀ ਆਪਣੀ ਸਰੋਦੀ ਆਵਾਜ਼ ਵਿੱਚ ਕੀਰਤਨ ਗਾਇਨ ਕਰਦੇ ਅਤੇ ਮਰਦਾਨਾ ਰਬਾਬ ਵਜਾਉਂਦਾ। ਇਸ ਕੀਰਤਨ ਦਾ ਅਸਰ ਹੁਣ ਮੈਂ ਦੱਸਣਾ ਚਾਹੁੰਦਾ। ਕੀਰਤਨ ਦਾ ਅਸਰ ਕੀ ਹੈ ਜੇ ਦਿਲੋਂ ਗਾਵਿਆ ਜਾਵੇ। ਇਹ ਕੀਰਤਨ ਦਾ ਹੀ ਅਸਰ ਸੀ ਕਿ ਵਲੀ ਕੰਧਾਰੀ ਵਰਗੇ ਹੰਕਾਰੀ, ਸੱਜਣ ਵਰਗੇ ਠੱਗ, ਕੌਡੇ ਵਰਗੇ ਰਾਖਸ਼ ਬਿਰਤੀ ਦੇ ਲੋਕ ਅਤੇ ਨੂਰਸ਼ਾਹ ਵਰਗੀਆਂ ਜਾਦੂਗਰਨੀਆਂ ਵੀ ਨੇਕ ਤੇ ਕਾਮਿਲ ਸੱਚੇ ਸੁੱਚੇ ਇਨਸਾਨ ਬਣ ਗਏ, ਜਿਨ੍ਹਾਂ ਨੇ ਮਨੁੱਖਤਾ ਦੀ ਬਹੁਤ ਸੇਵਾ ਕੀਤੀ। ਇਹਨਾਂ ਦਾ ਮਨ ਪਰਿਵਰਤਿਤ ਕਰ ਦਿੱਤਾ ਕੀਰਤਨ ਨੇ। ਕਿ ਜਿਹੜੀ ਪੁਰਾਤਨ ਕੀਰਤਨ ਸ਼ੈਲੀ ਹੈ, ਜਿਹੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਆਰੰਭ ਹੋਈ ਅਤੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਮੌਕੇ 'ਤੇ ਤਾਂ ਸਿਖਰਾਂ 'ਤੇ ਸੀ। ਉਸ ਵੇਲੇ ਰਬਾਬੀ ਕੀਰਤਨ ਕਰਿਆ ਕਰਦੇ ਸਨ ਭਾਈ ਸੱਤਾ ਅਤੇ ਬਲਵੰਡ। ਅਤੇ ਗੁਰੂ ਅਰਜਨ ਦੇਵ ਜੀ ਨੇ ਇਹ ਦਾਤ ਜਿਹੜੀ ਹੈ ਉਹ ਸਿੱਖਾਂ ਦੀ ਝੋਲੀ 'ਚ ਪਾਈ। ਗੁਰੂ ਅਰਜਨ ਦੇਵ ਜੀ ਆਪ ਸਰਨ ਦੇ ਸਾਜ਼ ਨਾਲ ਸ਼੍ਰੀ ਹਰਿਮੰਦਰ ਸਾਹਿਬ 'ਚ ਕੀਰਤਨ ਦੀ ਚੌਕੀ ਭਰਿਆ ਕਰਦੇ ਸਨ। ਜਿਹੜੇ ਰਬਾਬੀ ਸਨ ਉਹ 1947 ਤੋਂ ਬਾਅਦ ਕੁਝ ਪਾਕਿਸਤਾਨ ਚਲੇ ਗਏ, ਕੁਝ ਅਕਾਲ ਪੁਰਖ ਨੂੰ ਪਿਆਰੇ ਹੋ ਗਏ। ਉਸ ਤੋਂ ਬਾਅਦ ਫਿਰ ਰਾਗੀ ਜਥਿਆਂ ਨੇ, ਸਿੱਖ ਰਾਗੀ ਜਥਿਆਂ ਨੇ ਕੀਰਤਨ ਦੀ ਜ਼ਿੰਮੇਵਾਰੀ ਤੇ ਡਿਊਟੀ ਸੰਭਾਲੀ। ਕੱਚੀ ਬਾਣੀ ਤੇ ਪੱਕੀ ਬਾਣੀ। ਪੱਕੀ ਬਾਣੀ ਉਹ ਹੈ ਜਿਹੜੀ ਗੁਰੂ ਸਾਹਿਬ ਦੇ ਮੁਖਾਰਬਿੰਦ ਤੋਂ, ਭਗਤਾਂ ਦੇ ਮੁਖਾਰਬਿੰਦ ਤੋਂ, ਭੱਟਾਂ ਦੇ ਅਤੇ ਗੁਰਸਿੱਖਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਗਈ ਹੈ, ਗੁਰੂ ਗ੍ਰੰਥ ਸਾਹਿਬ ਦਰਜ ਹੈ। ਉਸ ਬਾਣੀ ਦਾ ਕੀਰਤਨ ਕਰਨਾ ਚਾਹੀਦਾ, ਮਰਜ਼ਾਦਾ ਇਹ ਹੈ। ਇਸ ਦੇ ਨਾਲ ਨਾਲ ਮੈਂ ਇਹ ਵੀ ਗੱਲ ਦੱਸਦੇ ਤੁਹਾਨੂੰ ਕਿ ਭਾਈ ਗੁਰਦਾਸ ਦੀਆਂ ਵਾਰਾਂ ਅਤੇ ਦੀਵਾਨ ਨੰਦ ਲਾਲ ਗੋਇਆ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸਨ, 52 ਕਵੀਆਂ ਦੇ ਸਰਤਾਜ ਸਨ, ਉਹਨਾਂ ਦੀਆਂ ਫਾਰਸੀ ਵਿੱਚ ਰਚੀਆਂ ਹੋਈਆਂ ਗਜ਼ਲਾਂ, ਉਹਨਾਂ ਦਾ ਕੀਰਤਨ ਕਰਨ ਦੀ ਵੀ ਮਰਜ਼ਾਦਾ ਹੈ। ਇਹ ਸ਼੍ਰੋਮਣੀ ਕਮੇਟੀ ਵੱਲੋਂ ਪਾਸ ਹੋ ਚੁੱਕਾ ਹੈ। ਗੁਰੂ ਸਾਹਿਬਾਨ ਦੀ ਬਾਣੀ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਭਾਈ ਗੁਰਦਾਸ ਦੀਆਂ ਵਾਰਾਂ, ਦੀਵਾਨ ਨੰਦ ਲਾਲ ਗੋਇਆ ਦੀਆਂ ਲਿਖੀਆਂ ਗਜ਼ਲਾਂ,
इन्हां दा कीर्तन जिहड़ा ये होना चाहिए। ये है निर्धारित कीर्तन, और ये कीर्तन सारा रागां विच होना चाहिए। गुरु साहब दा फरमान है, सबना रागां विच सो भला भाई। सारे राग चंगे ने, तन सुराग सुरंगड़े अलाप सब तिख जाए। गुरु ग्रंथ साहब 31 राग ने। मैं दस दियां, पहला राग जिहड़ा गुरु ग्रंथ साहब दा जिहड़ी पहली बाणी है, एक तो ये नुकता साझा करने वाला है, वो है जपजी साहब, जिहदा बहुत वड्डा महात्म है। ये गल भी शायद तुहानूं अज पहली बार पता लगे कि जपजी साहब दी बाणी राग मुक्त है, यानी किसी राग विच नहीं है बाणी। उस तो बाद पहला राग जिहड़ा शुरू हुंदा है वो श्री राग है। 31 राग ने गुरु ग्रंथ साहब। श्री राग नूं रागां सिर रागां दा प्यो मन्निया जांदा है, और बहुत विखम राग है, इनू बड़ी मेहनत नाल गाया जा सकदा। उस तो बाद आखिरी राग है जय जयवंती, जिहदे विच बहुती बाणी गुरु तेग बहादुर साहब दी है। ये तो होई पक्की बाणी। हुण कच्ची बाणी है, कई रागी जिहड़े ने वो धारना ला के जां कोलों टेक रख के शब्द दी, यानी वो शब्द तो पढ़ते हैं पर वो विचों जिहड़ी मुखड़ा रखते हैं, वो आरंभक वो कोई ना कोई अपने कोलों मन करत कोई तुक बना लेंदे है, पर उन्होंने गुरबाणी कीर्तन नहीं कहा जा सकता। शुद्ध रूप विच वो कीर्तन का स्वरूप नहीं है। कीर्तन दे विच जिहड़ी व्याख्या, इहदा हुण दो मत ने। एक तो यह भी जे साखी सुना के कीर्तन किया जाए तो उहदे नाल थोड़ी जी व्याख्या हो जाती है, पता लग जाता है। पर असल मर्यादा जिहड़ी कीर्तन की यह है कि कीर्तन अपने आप विच ही मर्यादा मुताबक व्याख्या है। कीर्तन दे नाल जिहड़ा शब्द पढ़ रहे हैं ਉਹਦੇ बहुत सारे प्रमाण गुरबाणी विचों दिते जा सकते हैं, जिन्हां दे नाल ਉਹਦਾ भाव स्पष्ट हो जाता है। एक बहुत वड्डी गल दुख वाली ये है कि अजकल रागियां नूं बाणी बहुत घट कंठ है, कोई 20-25 शब्द उन्हां दे कंठ ने, ते जदों भी श्री हरमंदर साहब सरवण करो जां बाहर कीर्तन दरबारां सुनो, ਉਹੀ शब्द वो मुड़ मुड़ के पढ़ी जाते हैं। मैं हैरान हुन्ना है कि ਜਿਹੜੇ नेत्रहीन रागी हुंदे सन जां हुण भी हैगे आ पुरातन रागी, उन्होंने किन्नी बेबहा बाणी कंठ सी। बाणी कंठ करनी गुरु ग्रंथ साहब च 1430 अंग ने, किन्ने शब्द ने 8800 तो उत्ते शब्द है। बहुत सारी बाणी हर मौके की बाणी है, हर मौके की बाणी के कुछ ना कुछ शब्द जरूर कंठ करने चाहिए, वध तो वध बाणी कंठ करनी चाहिए है। तो दूसरा ताल जिहड़े गुरु साहब ने निश्चित किए उन्हां विच कीर्तन होना चाहिए। तो तीसरा ये आ कि समय के मुताबिक गुरु नूं समर्पित होकर कीर्तन करना चाहिए, गुरु नूं मुख रख के। जे असीं गुरु नूं मुख रख के ते निखेड़ के कल्ले कल्ले भाव नूं प्रगट करके कीर्तन करांगे तो संगतां नूं जरूर ही आनंद आवेगा, संगत विस्माद विच आ जाएगी। एक मैं होर वेख्या है, जिथे मैं कहा ना भी बाणी घट आउंदी है, मैं हैरान हो जाना है कि रागी सिंह मोबाइल तो शब्द देख देख के पढ़ते हैं। ये वही गल आ गई ना कि बाणी नहीं आउंदी। फिल्मी धुरां ते तर्जां ते बहुत सारे शब्द मैं इत्थे कोट कर सकदा, पर मैं करने नहीं चाहुंदा, तुसीं सारे समझदे हो कि फिल्मी तर्जां ते कीर्तन करना कीर्तन परंपरा नूं ढाह लाउण दे बराबर है, नुकसान करने दे बराबर है। हुण लावां दी गल है, जित्थों तक लावां दा कीर्तन भी सीधा सीधा नहीं होना चाहिए। इहनूं सूही राग च गुरु साहब ने उचारण कीता है, ते चारे लावां सूही राग विच उस तरीके नाल पढ़ियां जाणियां चाहिए जिस तरह गुरु अर्जन देव जी महाराज ने आप गायन कीतियां और स्वरूप बद्धा उहदा। ये सारा कुछ जिहड़ा गुरमत संगीत की एक महान परंपरा जिहड़ी आ उहदे मुताबिक ही होना चाहिए प्रचलन कीर्तन दी। पर जदों मैं पुरातन कीर्तन शैली ते अजोकी कीर्तन शैली नूं देखदा हाँ तो मैनूं निराशा हुंदी है। हुण तुसीं कहोगे निराशा क्यों हुंदी है? क्योंकि जो नियमावली जो मर्यादा गुरु साहब ने बंधी सी, उस मर्यादा ते ज़्यादातर कीर्तनीय कीर्तन नहीं करते। कीर्तन करन लगे एक तो इस गल का ध्यान रखना है, सब तो पहला रागी जथा साज़ां दे नाल शान वजावे, उहदे नाल एक समां पैदा हुंदा है, एक भुख लगदी है कीर्तन की। दूसरा वो 5-7 मिनट मंगलाचरण करे, गुरु उस्तत जिन्हों कहने हैं। तीसरा वो समय का राग गावे जिहड़ा समय के मुताबिक है और भरवीं तरह गावे ते ताकि स्वरूप उहदा उगड़े, राग का स्वरूप प्रतख होवे।
ਤੇ ਚੌਥਾ ਪੁਰਾਤਨ ਬੰਦਿਸ਼ਾਂ ਜਿਹੜੀਆਂ ਲੋਕ ਸੰਗੀਤ ਦਾ ਅੰਗ ਹੈ। ਗੁਰੂ ਸਾਹਿਬ ਨੇ ਲੋਕ ਸੰਗੀਤ ਵੀ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਦਰਜ ਕੀਤਾ ਹੈ। ਜਿਵੇਂ ਵਿਆਹਾਂ 'ਤੇ ਛੰਦ ਗਾਉਂਦੇ ਸੀ, ਗੁਰੂ ਸਾਹਿਬ ਨੇ ਛੰਤ ਵੀ ਦਰਜ ਕੀਤੇ ਹੈ, ਵਾਰਾਂ ਵੀ ਦਰਜ ਕੀਤੀਆਂ, ਸ਼ਲੋਕ ਵੀ ਦਰਜ ਕੀਤੇ ਨੇ, ਪੌੜੀਆਂ ਵੀ ਦਰਜ ਕੀਤੀਆਂ। ਅਲਾਉਣੀਆਂ ਬੀਬੀਆਂ ਮਕਾਣੇ ਜਾਂਦੀਆਂ ਸੀ ਨਾ ਪੁਰਾਣੇ ਜ਼ਮਾਨੇ 'ਚ, ਉਹ ਰੋਂਦੀਆਂ ਸੀ, ਵਿਰਲਾਪ ਕਰਦੀਆਂ ਸੀ। ਅਤੇ ਅਕਾਲ ਪੁਰਖ ਤੋਂ ਵਿਛੜੀ ਆਤਮਾ ਜਦੋਂ ਵਿਰਲਾਪ ਕਰਦੀ ਹੈ, ਉਹ ਕਿਹਨਾਂ ਸੁਰਾਂ ਵਿੱਚ ਬੇਨਤੀ ਕਰਨੀ ਹੈ, ਉਹਨਾਂ ਸੁਰਾਂ ਨੂੰ ਲੈ ਕੇ ਗੁਰੂ ਸਾਹਿਬ ਨੇ ਅਲਾਉਣੀਆਂ ਲਿਖ ਦਿੱਤੀਆਂ। ਅਲਾਉਣੀਆਂ ਉਹ ਰੁਦਰ ਸੰਗੀਤ ਹੈ, ਯਾਨੀ ਉਹਦੀ ਜਿਹੜੀ ਪ੍ਰਭਾਵ ਦੀ ਗੱਲ ਹੈ, ਜਿੱਥੋਂ ਤੱਕ ਉਹ ਵੈਰਾਗ ਪੈਦਾ ਕਰਨ ਵਾਲਾ ਸੰਗੀਤ ਹੈ। ਇਸੇ ਤਰ੍ਹਾਂ ਅੰਜਲੀ ਹੈ, ਇਸੇ ਤਰ੍ਹਾਂ ਘੋੜੀਆਂ ਨੇ, ਇਸੇ ਤਰ੍ਹਾਂ ਲਾਵਾਂ ਨੇ। ਇਹ ਸਾਰੇ ਸੰਗੀਤ ਦੇ ਵੱਖ-ਵੱਖ ਅੰਗ ਨੇ। ਇਹ ਚਾਰੇ ਅੰਗ ਮਿਲ ਕੇ ਸ਼ਬਦ ਚੌਂਕੀ ਬਣਦੀ ਹੈ। ਉਸ ਬਾਣੀ ਦਾ ਕੀਰਤਨ ਕਰਨਾ ਚਾਹੀਦਾ, ਮਰਜ਼ਾਦਾ ਇਹ ਹੈ। ਅਤੇ ਆਪਣੀ ਕੀਮਤੀ ਰਾਏ ਸਾਨੂੰ ਜ਼ਰੂਰ ਭੇਜਿਓ, ਸਾਨੂੰ ਤੁਹਾਡਾ ਇੰਤਜ਼ਾਰ ਰਹੇਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ